Hello everyone, so welcome back to my YouTube channel IELTS by Kulwan. So today in this video we are going to discuss about list of headings. So list of headings are considered as the difficult question types by the students, but in reality it's not. So now let's talk about the list of headings. So this is the passage taken from Cambridge 8 book. I think yes, Cambridge 8. So air traffic control in the USA. This is the name of the passage. So there is the first paragraph, paragraph number A. So now I want to tell you one thing, that in order to solve the list of headings, don't go for headings first. Don't watch the list of headings like 1 to 8. These are written on your question paper. So first consider the paragraph. Then we will go to the list of headings. So now let us read the first paragraph together. So this is paragraph A. An incident that occurred in the skies over the Grand Canyon in 1956 resulted in the establishment of the Federal Aviation Administration to regulate and oversee the operation of aircraft in the skies over the United States, which were becoming quite congested. देखो, so ਇਹਦੇ ਵਿੱਚ ਆਪਾਂ ਹੁਣ ਇਹਦਾ ਮੀਨਿੰਗ ਸਮਝਦੇ ਹਾਂ। ਸਭ ਤੋਂ ਪਹਿਲਾਂ ਤਾਂ ਵੀ ਵਿਲ ਫਾਈਂਡ ਆਊਟ ਦਾ ਮੀਨਿੰਗ। ਸੋ ਇੱਕ ਐਕਸੀਡੈਂਟ ਹੋਇਆ ਸਕਾਈਜ਼ ਦੇ ਉੱਪਰ, ਮਤਲਬ ਆਸਮਾਨ ਦੇ ਉੱਪਰ ਇੱਕ ਐਕਸੀਡੈਂਟ ਹੋਇਆ 1956 ਦੇ ਵਿੱਚ। ਉਹਦੇ ਵਿੱਚ ਨਾ ਉਹ ਐਕਸੀਡੈਂਟ ਹੋਣ ਦੇ ਕਰਕੇ ਜਿਹੜੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹ ਬਣੀ, ਠੀਕ ਹੈ, ਉਹ ਰੈਗੂਲੇਟ ਕਰਨ ਵਾਸਤੇ, ਟੂ ਰੈਗੂਲੇਟ ਐਂਡ ਓਵਰਸੀ ਦਾ ਆਪਰੇਸ਼ਨ ਆਫ ਏਅਰਕ੍ਰਾਫਟ ਇਨ ਦਾ ਸਕਾਈਜ਼ ਓਵਰ ਦਾ ਯੂਨਾਈਟਿਡ ਸਟੇਟਸ। ਹੁਣ ਦੇਖੋ ਉਹ ਕਹਿੰਦੇ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੇ ਸਕਾਈ ਦੇ ਉੱਪਰ ਜੋ ਵੀ ਜਾ ਰਹੇ ਸੀਗੇ ਪਲੇਨਸ ਵਗੈਰਾ, ਉਹਨਾਂ ਦਾ ਧਿਆਨ ਰੱਖਣ ਦੇ ਲਈ ਇੱਕ FAA ਐਡਮਿਨਿਸਟ੍ਰੇਸ਼ਨ ਬਣਾਈ ਗਈ, ਵਿਚ ਵਰ ਬਿਕਮਿੰਗ ਕੁਆਇਟ ਕੰਜੈਸਟਡ। ਉੱਪਰ ਨਾ ਏਅਰ ਆਸਮਾਨ ਦੇ ਵਿੱਚ ਵੀ ਟ੍ਰੈਫਿਕ ਹੁੰਦਾ ਨਾ, ਕਿਉਂ ਟ੍ਰੈਫਿਕ ਕੀ ਹੁੰਦਾ ਪਲੇਨਸ ਦਾ, ਠੀਕ ਹੈ। ਸੋ ਉਹਦੇ 'ਤੇ ਧਿਆਨ ਰੱਖਣ ਦੇ ਲਈ ਦ ਰਿਜ਼ਲਟਿੰਗ ਸਟਰਕਚਰ ਆਫ ਏਅਰ ਕੰਟਰੋਲ ਟ੍ਰੈਫਿਕ ਕੰਟਰੋਲ ਹੈਜ਼ ਗ੍ਰੇਟਲੀ ਇਨਕਰੀਜ਼ਡ the safety of flight in the United States, and similar air traffic control procedures are also in place over much of the rest of the world. ਹੁਣ ਦੇਖੋ ਇਹ ਪੂਰਾ ਆਪਾਂ ਪੈਸੇਜ ਪੜ੍ਹਿਆ। ਸਭ ਤੋਂ ਪਹਿਲਾਂ ਪੈਸੇਜ ਪੜ੍ਹਨ ਤੋਂ ਬਾਅਦ ਆਪਣੇ ਮਨ 'ਚ ਇੱਕ ਹੈਡਿੰਗ ਬਣਾਇਆ ਕਰੋ। ਹੁਣ ਦੇਖੋ ਆਪਾਂ ਇਹਦੇ 'ਚ ਕੀ ਪੜ੍ਹਿਆ, ਇੱਕ ਐਕਸੀਡੈਂਟ ਹੋਇਆ 1956 'ਚ, ਇੱਕ ਐਕਸੀਡੈਂਟ ਹੋਇਆ। ਉਸ ਐਕਸੀਡੈਂਟ ਹੋਣ ਦੇ ਕਰਕੇ ਇੱਕ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਬਣ ਗਈ। ਮਤਲਬ ਇਹ ਹੈ ਕਿ ਹੁਣ ਅੱਗੇ ਤੋਂ ਅਸੀਂ ਐਕਸੀਡੈਂਟ ਨਹੀਂ ਹੋਣ ਦੇਣੇ, ਹੁਣ ਅਸੀਂ ਬਿਲਕੁਲ ਧਿਆਨ ਰੱਖਾਂਗੇ, ਕੰਟਰੋਲ ਕਰਾਂਗੇ। ਇਹਦਾ ਮਤਲਬ ਉਸ ਐਕਸੀਡੈਂਟ ਨੇ ਕੀ ਕਰਤਾ, ਇੱਕ ਚੀਜ਼ ਦੀ ਐਸਟੈਬਲਿਸ਼ਮੈਂਟ ਹੋ ਗਈ, ਇੱਕ ਚੀਜ਼ ਆ ਜਿਹੜੀ ਉਹ ਫਾਊਂਡ ਹੋ ਗਈ, ਠੀਕ ਹੈ। ਸੋ ਇੱਕ ਇਹਦੇ ਲਈ ਐਡਮਿਨਿਸਟ੍ਰੇਸ਼ਨ ਬਣ ਗਈ, ਠੀਕ ਹੈ। ਸੋ ਹੁਣ ਦੇਖੋ, ਹੁਣ ਆਪਾਂ ਜਾਂਦੇ ਆਪਣੇ ਲਿਸਟ ਆਫ ਹੈਡਿੰਗਸ 'ਤੇ। ਲਿਸਟ ਆਫ ਹੈਡਿੰਗਸ 'ਤੇ ਨਾ ਇੱਥੋਂ ਪੜ੍ਹਨਾ ਸ਼ੁਰੂ ਕਰੋ। ਫਸਟ ਸਟੈਪਸ ਟੁਵਰਡ ATC। ਹੁਣ ਫਸਟ ਸਟੈਪਸ ਤੁਹਾਨੂੰ ਲੱਗ ਸਕਦਾ ਹਾਂ ਫਸਟ ਸਟੈਪਸ ਮਤਲਬ ਵੀ ਜਦੋਂ ਬਣੀ, ਪਰ ATC ਦੀ ਗੱਲ ਨਹੀਂ ਹੋਈ ਇੱਥੇ, ATC ਦੀ ਗੱਲ ਨਹੀਂ ਕੀਤੀ ਗਈ, ਠੀਕ ਹੈ। ਸੋ ਟੇਕਿੰਗ ਆਫ ਸੇਫਲੀ, ਟੇਕਿੰਗ ਆਫ ਸੇਫਲੀ, ਹੁਣ ਤੁਸੀਂ ਕਹੋਗੇ ਹਾਂ ਵੀ ਉਹਨਾਂ ਨੂੰ ਸੇਫ ਟੇਕ ਆਫ ਕਰਨ ਦੇ ਲਈ, ਟੇਕ ਆਫ ਕਰਨ ਦੀ ਗੱਲ ਹੀ ਨਹੀਂ ਹੋਈ ਇਹਦੇ 'ਤੇ। ਸੈਟਿੰਗ ਰੂਲਸ ਟੂ ਵੈਦਰ, ਹੁਣ ਤੁਹਾਨੂੰ ਲੱਗ ਸਕਦਾ ਰੂਲਸ, ਅੱਛਾ ਹਾਂ ਫੈਡਰਲ ਉਹ ਬਣੀ ਹੈ, ਐਡਮਿਨਿਸਟ੍ਰੇਸ਼ਨ ਬਣੀ ਹੈ, ਮਤਲਬ ਉਹ 'ਚ ਰੂਲ ਹੋਣਗੇ। ਐਵੇਂ ਨਹੀਂ ਕਰਨਾ, ਆਪਦੇ ਮਨ ਤੋਂ ਹੀ ਨਹੀਂ ਬਣਾਉਣਾ। ਵੈਦਰ ਕੰਡੀਸ਼ਨ, ਆਸਮਾਨ ਦੇ ਵਿੱਚ ਵੈਦਰ ਦੀ ਕੰਡੀਸ਼ਨ ਦੀ ਕੋਈ ਗੱਲ ਨਹੀਂ ਹੋਈ। ਡਿਫਾਈਨਿੰਗ ਏਅਰ ਸਪੇਸ ਕੈਟਾਗਰੀਜ਼, ਉਹਦੀ ਕੋਈ ਗੱਲ ਨਹੀਂ ਹੋਈ। ਕੰਟਰੋਲਿੰਗ ਪਾਇਲਟਸ ਲਾਇਸੈਂਸਿਸ, ਪਾਇਲਟਸ ਦੇ ਲਾਇਸੈਂਸ ਨੂੰ ਕੰਟਰੋਲ ਕਰਨ ਦੀ ਕੋਈ ਗੱਲ ਨਹੀਂ ਹੋਈ। ਓਵਰ ਸਿੰਪਲੀਫਾਈਡ ਵਿਊ, ਇਹਦੀ ਵੀ ਕੋਈ ਗੱਲ ਨਹੀਂ ਹੋਈ, ਠੀਕ ਹੈ। ਸੈਟਿੰਗ ਐਲਟੀਟਿਊਡ ਜ਼ੋਨਸ, ਇਹਦੀ ਕੋਈ ਗੱਲ ਨਹੀਂ ਹੋਈ ਵੀ ਕਿੰਨੇ 'ਤੇ ਉੱਡ ਸਕਦਾ, ਐਲਟੀਟਿਊਡ ਮਤਲਬ ਕਿੰਨੇ 'ਤੇ ਉੱਡ ਸਕਦਾ, ਠੀਕ ਹੈ, ਇਹਦੀ ਕੋਈ ਗੱਲ ਨਹੀਂ ਹੋਈ। ਟੂ ਕੋਇਨਸੀਡੈਂਟਲ ਡਿਵੈਲਪਮੈਂਟਸ, ਹੁਣ ਤੁਹਾਨੂੰ ਲੱਗੂਗਾ ਉਹ ਕੋਇਨਸੀਡੈਂਟਲ ਡਿਵੈਲਪਮੈਂਟਸ ਕਿਹੜੀਆਂ, ਦੋ ਡਿਵੈਲਪਮੈਂਟਸ ਤਾਂ ਹੋਈਆਂ ਹੀ ਨਹੀਂ, ਇੱਕ ਹੀ ਡਿਵੈਲਪਮੈਂਟ ਹੋਈ ਹੈ, ਇੱਕ ਐਡਮਿਨਿਸਟ੍ਰੇਸ਼ਨ ਬਣੀ ਹੈ, ਰਾਈਟ। ਨੈਕਸਟ ਉਹ ਦੇਖੋ ਉੱਪਰ ਫਸਟ ਵਾਲਾ, ਡਿਸਓਬੇਇੰਗ FAA ਰੈਗੂਲੇਸ਼ਨਸ, FAA ਦੀ ਗੱਲ ਹੋਈ ਆ, ਪਰ ਕਿਸੇ ਨੇ ਉਹਨੂੰ ਡਿਸਓਬੇ ਕੀਤਾ ਨਹੀਂ, ਗੱਲ ਹੀ ਨਹੀਂ ਹੋਈ। ਰਹਿ ਗਈ ਸਿਰਫ ਇੱਕ ਏਵੀਏਸ਼ਨ ਡਿਜ਼ਾਸਟਰ ਪ੍ਰੋਮਪਟਸ ਐਕਸ਼ਨ। ਏਵੀਏਸ਼ਨ ਡਿਜ਼ਾਸਟਰ, ਹੁਣ ਏਵੀਏਸ਼ਨ ਡਿਜ਼ਾਸਟਰ ਦਾ ਮਤਲਬ ਕੀ ਹੈ ਵੀ ਇੱਕ ਹਾਦਸਾ ਹੋਇਆ, ਏਵੀਏਸ਼ਨ ਮਤਲਬ ਆਸਮਾਨ 'ਤੇ ਹਾਦਸਾ ਹੋਇਆ, ਪ੍ਰੋਮਪਟਸ ਐਕਸ਼ਨ, ਉਸ ਤੋਂ ਬਾਅਦ ਐਕਸ਼ਨ ਲੈ ਲਿਆ ਗਿਆ। ਐਕਸ਼ਨ ਕੀ ਲੈ ਲਿਆ ਗਿਆ, ਐਕਸ਼ਨ ਲੈ ਲਿਆ ਗਿਆ, ਐਕਸ਼ਨ ਲੈ ਲਿਆ ਗਿਆ, ਕਿਹੜਾ ਐਕਸ਼ਨ ਸੀ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਬਣ ਗਈ। ਕਿਉਂ ਬਣੀ, ਦੇਖੋ ਐਨ ਐਕਸੀਡੈਂਟ, ਦੇਖੋ ਧਿਆਨ ਨਾਲ, ਠੀਕ ਹੈ, ਐਨ ਐਕਸੀਡੈਂਟ ਦੈਟ ਅਕਰਡ ਇਨ ਦ ਸਕਾਈਜ਼ ਓਵਰ ਗ੍ਰੈਂਡ ਕੈਨਿਓਨ ਇਨ 1956 ਰਿਜ਼ਲਟਿਡ ਇਨ ਦਾ ਐਸਟੈਬਲਿਸ਼ਮੈਂਟ। ਹੁਣ ਇਹਦੇ ਕਰਕੇ ਐਸਟੈਬਲਿਸ਼ਮੈਂਟ ਹੋਈ ਸਾਰੀ, ਠੀਕ ਹੈ, ਕਲੀਅਰ ਹੋ ਗਿਆ। ਸੋ ਇਹ ਹੈਡਿੰਗ ਆਪਾਂ ਨੂੰ ਕਲੀਅਰ ਹੋ ਗਈ।